ਮੰਤਰੀ ਬਣਾ ਦਿੱਤਾ ਗਿਆ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਜਿਹੜਾ ਡਾਕਟਰ ਬਲਬੀਰ ਸਿੰਘ ਨੂੰ ਦਿੱਤਾ ਗਿਆ। ਸਕਰੀਨ ਦੇ ਉੱਤੇ ਲੈ ਕੇ ਆਵਾਂਗੇ ਔਰ ਕੈਬਨਿਟ ਦੀ ਨਵੀਂ ਤਸਵੀਰ ਹੈ। ਨਵਾਂ ਸਾਲ ਹੈ, ਪਹਿਲਾ ਹੀ ਹਫਤਾ ਨਵੇਂ ਸਾਲ ਦਾ ਔਰ ਪਹਿਲੇ ਹਫਤੇ ਦੇ ਵਿੱਚ ਇਹ ਵੱਡੇ ਫੇਰ ਬਦਲ ਜ਼ਰੂਰ ਕੈਬਨਿਟ ਦੇ ਵਿੱਚ ਕੀਤੇ ਗਏ ਨੇ। ਇਸ ਨੂੰ ਇਸ ਤਰੀਕੇ ਨਾਲ ਵੀ ਦੇਖਿਆ ਜਾ ਰਿਹਾ ਕਿ ਦੋ ਚੀਜ਼ਾਂ ਦੇ ਉੱਤੇ ਸਭ ਤੋਂ ਜ਼ਿਆਦਾ ਫੋਕਸ ਹੈ। ਇਨਫੈਕਟ ਤਿੰਨ ਚੀਜ਼ਾਂ ਤੇ ਤੁਸੀਂ ਕਹਿ ਸਕਦੇ ਹੋ। ਇੱਕ ਹੈ ਹੈਲਥ ਦੇ ਉੱਤੇ ਕਿ ਹੈਲਥ ਸਿਸਟਮ ਨੂੰ ਬੈਟਰ ਕੀਤਾ ਜਾਵੇ, ਦੂਜਾ ਹੈ ਐਜੂਕੇਸ਼ਨ ਸਿਸਟਮ ਦੇ ਉੱਤੇ ਤੇ ਤੀਜਾ ਜ਼ਿਕਰ ਹੈ ਲਾਅ ਐਂਡ ਆਰਡਰ ਦਾ। ਮੈਂ ਇੱਕ ਇੱਕ ਕਰਕੇ ਜ਼ਿਕਰ ਕਰਾਂਗਾ। ਸਭ ਤੋਂ ਪਹਿਲਾਂ ਹੈਲਥ ਦਾ ਜ਼ਿਕਰ ਕਰਦੇ ਹਾਂ ਔਰ ਹੈਲਥ ਡਿਪਾਰਟਮੈਂਟ ਪੂਰਾ ਇੱਕ ਮੰਤਰੀ ਦੇ ਕੋਲ ਹੈ। ਮੈਡੀਕਲ ਐਜੂਕੇਸ਼ਨ ਹੋਵੇ ਜਾਂ ਫਿਰ ਪਰਿਵਾਰ ਸਿਹਤ ਤੇ ਪਰਿਵਾਰ ਭਲਾਈ, ਤਾਂ ਇੱਕ ਇੱਕ ਕਰਕੇ ਅਸੀਂ ਸਾਰੇ ਚਿਹਰੇ ਤੁਹਾਨੂੰ ਦਿਖਾਵਾਂਗੇ। ਸਭ ਤੋਂ ਪਹਿਲਾਂ ਡਾਕਟਰ ਬਲਬੀਰ ਦਾ ਮੈਂ ਜ਼ਿਕਰ ਕਰ ਰਿਹਾ। ਨਵਾਂ ਚਿਹਰਾ ਕੈਬਨਿਟ ਦੇ ਵਿੱਚ, ਮਾਨ ਕੈਬਨਿਟ ਦੇ ਵਿੱਚ, ਸੀਐਮ ਮਾਨ ਦੀ ਕੈਬਨਿਟ ਦੇ ਵਿੱਚ ਨਵਾਂ ਚਿਹਰਾ ਸ਼ਾਮਲ ਹੋ ਚੁੱਕਿਆ ਹੈ, ਡਾਕਟਰ ਬਲਬੀਰ ਸਿੰਘ। ਡਾਕਟਰ ਬਲਬੀਰ ਸਿੰਘ ਪਟਿਆਲਾ ਦਿਹਾਤੀ ਤੋਂ ਚੁਣ ਕੇ ਆਉਂਦੇ ਨੇ। 2022 ਦੇ ਇਲੈਕਸ਼ਨ ਦੇ ਵਿੱਚ ਜਿੱਤ ਹਾਸਲ ਕਰਕੇ ਪੰਜਾਬ ਦੇ ਕਨਵੀਨਰ ਰਹੇ ਆਮ ਆਦਮੀ ਪਾਰਟੀ ਦੇ। 2014 ਤੇ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਐਕਟਿਵਲੀ ਨਜ਼ਰ ਆਏ ਸੀ। ਉਹਨਾਂ ਦੀ ਹਿਸਟਰੀ ਪ੍ਰੋਫਾਈਲ ਦੇ ਉੱਤੇ ਅਸੀਂ ਜਾਵਾਂਗੇ, ਪਰ ਪਹਿਲਾਂ ਕਿਹੜਾ ਮੰਤਰਾਲਾ ਉਹਨਾਂ ਨੂੰ ਦਿੱਤਾ ਗਿਆ ਹੈ। ਸੌਂ ਚੁੱਕੀ ਨਾਲ ਦੀ ਨਾਲ ਮੰਤਰਾਲੇ ਵੀ ਜਾਰੀ ਕਰ ਦਿੱਤੇ ਗਏ ਕਿ ਪੋਰਟਫੋਲੀਓ ਕੀ ਹੋਣਗੇ। ਇਨਫੈਕਟ ਡਾਕਟਰ ਬਲਬੀਰ ਸਿੰਘ ਨੂੰ ਖੁਦ ਨਹੀਂ ਪਤਾ ਸੀ ਕਿ ਉਹਨਾਂ ਨੂੰ ਸਿਹਤ ਮੰਤਰੀ ਬਣਾ ਦਿੱਤਾ ਗਿਆ। ਜਦੋਂ ਮੀਡੀਆ ਦੇ ਨਾਲ ਸੌਂ ਚੁੱਕਣ ਤੋਂ ਬਾਅਦ ਬਾਹਰ ਆ ਕੇ ਗੱਲਬਾਤ ਉਹਨਾਂ ਨੇ ਰਾਜ ਭਵਨ ਦੇ ਬਾਹਰ ਕੀਤੀ ਤਾਂ ਕਹਿੰਦੇ ਮੈਨੂੰ ਨਹੀਂ ਪਤਾ ਕਿਹੜਾ ਮੰਤਰਾਲਾ ਮੈਨੂੰ ਦਿੱਤਾ ਜਾਣਾ ਹੈ। ਤਾਂ ਮੀਡੀਆ ਵਾਲਿਆਂ ਨੇ ਦੱਸਿਆ ਕਿ ਤੁਹਾਨੂੰ ਸਿਹਤ ਮੰਤਰੀ ਬਣਾ ਦਿੱਤਾ ਗਿਆ ਹੈ। ਖੈਰ ਹੁਣ ਮੰਤਰੀ ਜੀ ਨੂੰ ਪਤਾ ਨਹੀਂ ਸੀ ਜਾਂ ਫਿਰ ਮੀਡੀਆ ਦੇ ਜ਼ਰੀਏ ਸੁਣਨਾ ਚਾਹੁੰਦੇ ਸੀ, ਇੱਕ ਗੱਲ ਜ਼ਰੂਰ ਹੈ। ਪਰ ਮੰਤਰਾਲਾ ਕਿਹੜਾ ਉਹਨਾਂ ਦੇ ਕੋਲ, ਡਾਕਟਰ ਬਲਬੀਰ ਸਿੰਘ ਦੇ ਕੋਲ ਮੰਤਰਾਲਾ ਹੈ ਇਲੈਕਸ਼ਨਸ ਵਾਲਾ। ਜਿਹੜੀ ਇਲੈਕਸ਼ਨਸ ਸੂਬੇ ਦੇ ਵਿੱਚ ਹੁੰਦੀਆਂ ਨੇ, ਜ਼ਿੰਮੇਵਾਰੀ ਹੁੰਦੀ ਹੈ, ਯਾਨੀ ਜਿਹੜੀਆਂ ਨਿਗਮ ਇਲੈਕਸ਼ਨਸ ਨੇ ਉਹਨਾਂ ਨੂੰ ਲੈ ਕੇ ਵੀ ਡਾਕਟਰ ਬਲਬੀਰ ਸਿੰਘ ਐਕਟਿਵ ਨਜ਼ਰ ਆ ਸਕਦੇ ਨੇ। ਸਿਹਤ ਅਤੇ ਪਰਿਵਾਰ ਭਲਾਈ ਯਾਨੀ ਕਿ ਸਿਹਤ ਮੰਤਰਾਲਾ ਸਿੱਧੇ ਤੌਰ ਦੇ ਉੱਤੇ ਉਹਨਾਂ ਨੂੰ ਦੇ ਦਿੱਤਾ ਗਿਆ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਡਾਕਟਰ ਬਲਬੀਰ ਸਿੰਘ ਦੇ ਕੋਲ ਹੈ। ਦੂਜਾ ਵੱਡਾ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਇਹ ਵੀ ਇਹਨਾਂ ਨੂੰ ਦੇ ਦਿੱਤਾ ਗਿਆ। ਆਪਸ ਦੇ ਵਿੱਚ ਲਿੰਕਡ ਇਹ ਦੋਵੇਂ ਡਿਪਾਰਟਮੈਂਟ ਹੁੰਦੇ ਨੇ, ਇਸ ਕਰਕੇ ਦੋਵੇਂ ਇੱਕ ਪਾਸੇ ਇੱਕ ਮੰਤਰੀ ਨੂੰ ਦੇ ਦਿੱਤੇ ਗਏ ਨੇ। ਹਾਲਾਂਕਿ ਹੁਣ ਤੱਕ ਵੀ ਇਹ ਦੋਵੇਂ ਇੱਕ ਪਾਸੇ ਹੀ ਸੀ। ਚੇਤਨ ਸਿੰਘ ਜੋੜਾ ਮਾਜਰਾ ਦੇ ਕੋਲ ਤਿੰਨੋਂ ਡਿਪਾਰਟਮੈਂਟ ਸੀ। ਜਿਹੜੀ ਲਿਸਟ ਆ ਚੁੱਕੀ ਹੈ, ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਤੇ ਇਲੈਕਸ਼ਨਸ ਚੋਣਾਂ। ਤਾਂ ਇਹ ਤਿੰਨੋਂ ਡਿਪਾਰਟਮੈਂਟ ਜਿਹੜੇ ਆਲਰੇਡੀ ਚੇਤਨ ਸਿੰਘ ਜੋੜਾ ਮਾਜਰਾ ਦੇ ਕੋਲ ਸੀ, ਉਹਨਾਂ ਦਾ ਪੂਰਾ ਪ੍ਰੋਫਾਈਲ ਡਾਕਟਰ ਬਲਬੀਰ ਸਿੰਘ ਨੂੰ ਦੇ ਦਿੱਤਾ ਗਿਆ। ਹੁਣ ਚੇਤਨ ਸਿੰਘ ਜੋੜਾ ਮਾਜਰਾ ਦੇ ਕੋਲ ਕੀ ਆਇਆ ਉਹ ਵੀ ਤੁਹਾਨੂੰ ਦੱਸਾਂਗੇ। ਚੇਤਨ ਸਿੰਘ ਜੋੜਾ ਮਾਜਰਾ ਦੇ ਕੋਲ ਉਹ ਡਿਪਾਰਟਮੈਂਟ ਆਏ ਨੇ ਜੋ ਫੌਜਾ ਸਿੰਘ ਸਰਾਰੀ ਦੇ ਕੋਲ ਸੀ। ਫੌਜਾ ਸਿੰਘ ਸਰਾਰੀ ਨੇ ਅਸਤੀਫਾ ਦਿੱਤਾ। ਉਹਨਾਂ ਦੇ ਸਾਰੇ ਜਿਹੜੇ ਪੋਰਟਫੋਲੀਓ ਨੇ ਉਹ ਹੁਣ ਚੇਤਨ ਸਿੰਘ ਜੋੜਾ ਮਾਜਰਾ ਵਾਲੇ ਪਾਸੇ ਟ੍ਰਾਂਸਫਰ ਕਰ ਦਿੱਤੇ ਗਏ ਨੇ। ਯਾਨੀ ਚੇਤਨ ਸਿੰਘ ਜੋੜਾ ਮਾਜਰਾ ਫਰੀडम ਫਾਈਟਰਸ ਵਾਲਾ, ਡਿਫੈਂਸ ਵਾਲਾ ਡਿਪਾਰਟਮੈਂਟ ਸੰਭਾਲਦੇ ਹੋਏ ਨਜ਼ਰ ਆਉਣਗੇ। ਤਾਂ ਸੂਬੇ ਦੇ ਕੈਬਨਿਟ ਦੇ ਵਿੱਚ ਇੱਕ ਨਵਾਂ ਚਿਹਰਾ ਡਾਕਟਰ ਬਲਬੀਰ ਸਿੰਘ ਪਟਿਆਲਾ ਦਿਹਾਤੀ ਤੋਂ ਐਮਐਲਏ, ਤੇ ਉਹਨਾਂ ਨੂੰ ਇਸ ਸਮੇਂ ਜ਼ਿੰਮੇਵਾਰੀ ਸੂਬੇ ਦੇ ਸਿਹਤ ਮੰਤਰੀ ਦੀ ਦਿੱਤੀ ਗਈ ਹੈ। ਚੇਤਨ ਸਿੰਘ ਜੋੜਾ ਮਾਜਰਾ ਖੂਬ ਚਰਚਾ ਦੇ ਵਿੱਚ ਰਹੇ ਨੇ। ਚੇਤਨ ਸਿੰਘ ਜੋੜਾ ਮਾਜਰਾ ਤੁਹਾਨੂੰ ਯਾਦ ਹੋਏਗਾ ਬਾਬਾ ਫਰੀਦ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਜਦੋਂ ਉੱਥੇ ਗਏ ਸੀ ਤਾਂ ਉੱਥੇ ਦੇ ਵੀਸੀ ਨੂੰ ਜਿਹੜੇ ਗੱਦੇ ਖਰਾਬ ਸੀ ਉਹਨਾਂ ਦੇ ਉੱਤੇ ਲੇਟਣ ਦੇ ਲਈ ਕਹਿ ਦਿੱਤਾ ਸੀ। ਉਹ ਖੂਬ ਚਰਚਾ 'ਚ ਰਹੇ ਤਾਂ ਕਿ ਉਸ ਦੀ ਵਜ੍ਹਾ ਦੇ ਨਾਲ ਵੀ ਕੁਰਸੀ ਚਲੀ ਗਈ ਸਿਹਤ ਮੰਤਰੀ ਵਾਲੀ। ਹਾਲਾਂਕਿ ਮੈਡੀਕਲ ਡਿਪਾਰਟਮੈਂਟ ਜਿਹੜਾ ਪੂਰਾ ਉਹਨਾਂ ਦੇ ਕੋਲੋਂ ਲੈ ਲਿਆ ਗਿਆ, ਸਿਹਤ ਮੰਤਰਾਲਾ। ਹਾਲਾਂਕਿ ਹੋਰ ਮੰਤਰਾਲੇ ਉਹਨਾਂ ਦੇ ਕੋਲ ਹੈਗੇ ਨੇ, ਯਾਨੀ ਕਿ ਕੈਬਨਿਟ ਮੰਤਰੀ ਉਹ ਬਣੇ ਹੋਏ ਨੇ। ਚੇਤਨ ਸਿੰਘ ਜੋੜਾ ਮਾਜਰਾ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਤੇ ਇਸ ਸਮੇਂ ਉਹਨਾਂ ਦੇ ਕੋਲ ਕਿਹੜੇ ਡਿਪਾਰਟਮੈਂਟ ਨੇ, ਵਾਪਸ ਕਿਹੜੇ ਲਏ ਗਏ ਨੇ? ਵਾਪਸ ਉਹ ਲਏ ਗਏ ਨੇ ਜਿਹੜੇ ਇਸ ਸਮੇਂ ਡਾਕਟਰ ਬਲਬੀਰ ਸਿੰਘ ਦੇ ਕੋਲ ਨੇ। ਸਿਹਤ ਮੰਤਰੀ ਪਹਿਲਾਂ ਚੇਤਨ ਸਿੰਘ ਜੋੜਾ ਮਾਜਰਾ ਸੀ, ਹੁਣ ਡਾਕਟਰ ਬਲਬੀਰ ਸਿੰਘ ਨੂੰ ਬਣਾ ਦਿੱਤਾ ਗਿਆ ਹੈ। ਚੇਤਨ ਸਿੰਘ ਜੋੜਾ ਮਾਜਰਾ ਦੇ ਕੋਲ ਕਿਹੜੇ ਡਿਪਾਰਟਮੈਂਟ ਆ ਚੁੱਕੇ ਨੇ? ਬਾਗਬਾਨੀ ਉਹਨਾਂ ਦੇ ਕੋਲ ਹੈ ਡਿਪਾਰਟਮੈਂਟ, ਤੇ ਨਾਲ ਹੀ ਸੁਤੰਤਰਤਾ ਸੈਨਾਨੀ ਫਰੀडम ਫਾਈਟਰਸ ਦਾ ਪੂਰਾ ਡਿਪਾਰਟਮੈਂਟ ਉਹਨਾਂ ਦੇ ਕੋਲ ਹੋਏਗਾ। ਇਸ ਦੇ ਨਾਲ ਡਿਫੈਂਸ ਵਾਲਾ, ਰੱਖਿਆ ਸੇਵਾਵਾਂ ਭਲਾਈ ਡਿਪਾਰਟਮੈਂਟ ਵੀ ਉਹਨਾਂ ਦੇ ਕੋਲ ਹੋਏਗਾ। ਸਾਬਕਾ ਫੌਜੀਆਂ ਦੇ ਨਾਲ ਜੁੜਿਆ ਹੋਇਆ ਪੂਰਾ ਡਿਪਾਰਟਮੈਂਟ। ਫੂਡ ਪ੍ਰੋਸੈਸਿੰਗ ਮੰਤਰਾਲਾ ਉਹਨਾਂ ਦੇ ਕੋਲ ਹੋਏਗਾ। ਬਾਗਬਾਨੀ ਵੀ ਉਹਨਾਂ ਦੇ ਕੋਲ ਹੋਏਗੀ। ਇਹ ਚਾਰ ਵੱਡੇ ਮੰਤਰਾਲੇ ਇਸ ਸਮੇਂ ਚੇਤਨ ਸਿੰਘ ਜੋੜਾ ਮਾਜਰਾ ਨੂੰ ਦਿੱਤੇ ਗਏ ਨੇ। ਪੋਰਟਫੋਲੀਓ ਬਿਲਕੁਲ ਚੇਂਜ ਕਰ ਦਿੱਤਾ ਗਿਆ ਹੈ। ਇਹ ਚਾਰੋਂ ਡਿਪਾਰਟਮੈਂਟ ਪਹਿਲਾਂ ਫੌਜਾ ਸਿੰਘ ਸਰਾਰੀ ਦੇ ਕੋਲ ਸੀ। ਫੌਜਾ ਸਿੰਘ ਸਰਾਰੀ ਹੁਣ ਕੈਬਨਿਟ ਤੋਂ ਬਾਹਰ ਹੋ ਚੁੱਕੇ ਨੇ। ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਵਿਵਾਦਾਂ ਦੇ ਵਿੱਚ ਰਹੇ ਨੇ। ਇੱਕ ਆਡੀਓ ਕਲਿੱਪ ਖੂਬ ਵਾਇਰਲ ਹੋਇਆ ਸੀ, ਵਿਰੋਧੀ ਘੇਰ ਰਹੇ ਸੀ ਤੇ ਇਸ ਵਿਚਾਲੇ ਫੌਜਾ ਸਿੰਘ ਸਰਾਰੀ ਨੇ ਆਪਣਾ ਅਹੁਦਾ ਛੱਡਿਆ ਤਾਂ ਉਹਨਾਂ ਵਾਲਾ ਜਿਹੜਾ ਪੂਰਾ ਪੋਰਟਫੋਲੀਓ ਸੀ ਉਹ ਚੇਤਨ ਸਿੰਘ ਜੋੜਾ ਮਾਜਰਾ ਦੇ ਕੋਲ ਚਲਾ ਗਿਆ। ਤਾਂ ਗੱਲ ਹੈ ਹੁਣ ਸਿਹਤ ਮੰਤਰੀ ਦੀ। ਸਿਹਤ ਮੰਤਰੀ ਸੂਬੇ ਦੇ ਚੇਂਜ ਹੋਏ ਨੇ। ਪਹਿਲਾਂ ਕੌਣ ਸੀ ਸਿਹਤ ਮੰਤਰੀ ਤੇ ਹੁਣ ਕੌਣ ਹੈ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ, ਹੁਣ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ। ਤਾਂ ਇੱਕ ਵੱਡਾ ਚੈਲੰਜ ਵੀ ਡਾਕਟਰ ਬਲਬੀਰ ਸਿੰਘ ਦੇ ਸਾਹਮਣੇ ਹੋਏਗਾ ਤੇ ਦੂਜੇ ਪਾਸੇ ਕੋਸ਼ਿਸ਼ ਇਹ ਵੀ ਕੀਤੀ ਗਈ ਹੈ ਕਿ ਡਾਕਟਰ ਬਲਬੀਰ ਸਿੰਘ ਕਿਉਂਕਿ ਆਈ ਸਰਜਨ ਨੇ, ਇੱਕ ਵੱਡੇ ਡਾਕਟਰ ਨੇ, ਤੇ ਇਸ ਕਰਕੇ ਹੁਣ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਸਿਹਤ ਮੰਤਰਾਲਾ ਉਹਨਾਂ ਨੂੰ ਦੇ ਦਿੱਤਾ ਗਿਆ। ਤਾਂ ਸਿਹਤ ਮੰਤਰਾਲਾ ਦਿੱਤਾ ਗਿਆ ਹੈ ਚੇਤਨ ਸਿੰਘ ਜੋੜਾ ਮਾਜਰਾ ਤੋਂ ਲੈ ਕੇ
ਦੇ ਦਿੱਤਾ ਗਿਆ ਹੈ ਡਾਕਟਰ ਬਲਬੀਰ ਸਿੰਘ ਨੂੰ। ਤਾਂ ਇਹ ਪੂਰਾ ਡਿਪਾਰਟਮੈਂਟ ਜੋ ਮੈਂ ਜ਼ਿਕਰ ਕਰ ਰਿਹਾ ਕਿ ਪਹਿਲਾਂ ਕੌਣ ਸੀ ਸਿਹਤ ਮੰਤਰਾਲੇ ਦੇ ਵਿੱਚ ਮੰਤਰੀ ਤੇ ਹੁਣ ਡਾਕਟਰ ਬਲਬੀਰ ਸਿੰਘ ਨੂੰ ਦਿੱਤਾ ਗਿਆ। ਅਗਲੀ ਪਲੇਟ ਦੇ ਉੱਤੇ ਅਸੀਂ ਆਵਾਂਗੇ ਚੇਤਨ ਸਿੰਘ ਜੌੜਾ ਮਾਜਰਾ ਹੁਣ ਸੂਬੇ ਦੇ ਸਿਹਤ ਮੰਤਰੀ ਨਹੀਂ ਹੈ। ਅੱਗੇ ਵਧਦੇ ਤੇ ਗੱਲ ਹੋਵੇਗੀ ਉਚੇਰੀ ਸਿੱਖਿਆ ਹਾਇਰ ਐਜੂਕੇਸ਼ਨ ਕਿਸ ਦੇ ਕੋਲ ਸੀ। ਹਾਇਰ ਐਜੂਕੇਸ਼ਨ ਦਾ ਮੈਂ ਜ਼ਿਕਰ ਕਰਾਂਗਾ ਪਰ ਉਸ ਤੋਂ ਪਹਿਲਾਂ ਮਾਈਨਿੰਗ ਇਹ ਵੱਡਾ ਡਿਪਾਰਟਮੈਂਟ ਹੈ ਸੂਬੇ ਦਾ। ਮਾਈਨਿੰਗ ਦੇ ਵਿੱਚੋਂ ਦਾਅਵਾ ਇਲੈਕਸ਼ਨ ਦੇ ਵਿੱਚ ਇਹ ਕੀਤਾ ਗਿਆ ਸੀ ਕਿ ਕਰੋੜਾਂ ਰੁਪਏ ਕਮਾਏ ਜਾ ਸਕਦੇ ਨੇ। ਜਦੋਂ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਹੈ ਤਾਂ ਮਾਈਨਿੰਗ ਦੇ ਮੁੱਦੇ ਦੇ ਉੱਤੇ ਹਰਜੋਤ ਬੈਂਸ ਬਹੁਤ ਤਿੱਖੇ ਅੰਦਾਜ਼ ਦੇ ਵਿੱਚ ਸਾਬਕਾ ਸਰਕਾਰਾਂ ਨੂੰ ਘੇਰਦੇ ਨੇ। ਇਨਫੈਕਟ ਪਿਛਲੇ ਕਰੀਬ 20 ਸਾਲ ਦਾ ਪੂਰਾ ਡੇਟਾ ਕੱਢ ਕੇ ਪਹੁੰਚ ਗਏ ਸੀ ਹਰਜੋਤ ਬੈਂਸ ਤੇ ਦੱਸਿਆ ਸੀ ਕਿ ਕਰੀਬ ਪਿਛਲੇ 15 ਤੋਂ 20 ਸਾਲ ਦੇ ਵਿੱਚ ਸਿਰਫ 1000 ਕਰੋੜ ਰੁਪਏ ਆਇਆ। ਮਾਈਨਿੰਗ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਆ ਸਕਦੇ ਨੇ ਪਰ ਮਾਈਨਿੰਗ ਮੰਤਰਾਲਾ ਫਿਲਹਾਲ ਉਹਨਾਂ ਤੋਂ ਲੈ ਲਿਆ ਗਿਆ ਹੈ। ਮਾਈਨਿੰਗ ਮੰਤਰੀ ਪਹਿਲਾਂ ਕੌਣ ਸੀ? ਹਰਜੋਤ ਬੈਂਸ। ਹੁਣ ਕੌਣ ਹੈ? ਮੀਥੇਰ। ਤਾਂ ਦੋ ਤੁਸੀਂ ਕਹਿ ਸਕਦੇ ਹੋ ਯੰਗ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਚੁਣੇ ਗਏ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਮਾਈਨਿੰਗ ਹਰਜੋਤ ਬੈਂਸ ਤੋਂ ਲੈ ਕੇ ਹੁਣ ਮੀਥੇਰ ਦੇ ਕੋਲ ਚਲੀ ਗਈ ਹੈ। ਮੀਥੇਰ ਤੁਸੀਂ ਕਹਿ ਸਕਦੇ ਹੋ ਕਿ ਦੂਜੀ ਵਾਰ ਲਗਾਤਾਰ ਜਿੱਤੇ ਨੇ। ਇੱਕ ਸੀਨੀਅਰ ਆਗੂ ਦੇ ਤੌਰ ਦੇ ਉੱਤੇ ਇਸ ਸਮੇਂ ਉਹਨਾਂ ਦੀ ਪਛਾਣ ਜ਼ਰੂਰ ਹੈ। ਹਰਜੋਤ ਬੈਂਸ ਦੇ ਕੋਲ ਬਹੁਤ ਵੱਡੇ ਮੰਤਰਾਲੇ ਸੀ। ਇਸ ਸਮੇਂ ਉਹਨਾਂ ਦੇ ਕੋਲ ਵੱਖ-ਵੱਖ ਜਿਹੜੇ ਡਿਪਾਰਟਮੈਂਟ ਦਿੱਤੇ ਗਏ ਨੇ ਉਸ ਦਾ ਮੈਂ ਜ਼ਿਕਰ ਕਰ ਰਿਹਾ ਕਿ ਉਹਨਾਂ ਦੇ ਕੋਲ ਇਸ ਸਮੇਂ ਡਿਪਾਰਟਮੈਂਟ ਟੈਕਨੀਕਲ ਐਜੂਕੇਸ਼ਨ, ਹਾਇਰ ਐਜੂਕੇਸ਼ਨ ਤੇ ਉਸ ਤੋਂ ਨਾਲ ਸਕੂਲ ਐਜੂਕੇਸ਼ਨ ਪਹਿਲਾਂ ਸੀ, ਟੈਕਨੀਕਲ ਤੇ ਹਾਇਰ ਐਜੂਕੇਸ਼ਨ ਐਡ ਕਰ ਦਿੱਤੀ ਗਈ ਹੈ। ਯਾਨੀ ਕਿ ਹਰਜੋਤ ਬੈਂਸ ਇੱਕ ਤਰੀਕੇ ਨਾਲ ਪਾਰਟੀ ਜਾਂ ਸਰਕਾਰ ਉਹਨਾਂ ਨੂੰ ਇਹ ਕਹਿਣਾ ਚਾਹ ਰਹੀ ਹੈ, ਕਿਹਾ ਗਿਆ ਹੋਵੇਗਾ ਕਿ ਤੁਸੀਂ ਹੁਣ ਕੰਪਲੀਟ ਫੋਕਸ ਆਪਣਾ ਰੱਖੋ ਕਿਸ ਦੇ ਉੱਪਰ? ਐਜੂਕੇਸ਼ਨ ਦੇ ਉੱਪਰ, ਸਿੱਖਿਆ ਦੇ ਉੱਤੇ। ਸਿੱਖਿਆ ਇਲੈਕਸ਼ਨ ਦੇ ਵਿੱਚ ਇੱਕ ਵੱਡਾ ਮੁੱਦਾ ਆਮ ਆਦਮੀ ਪਾਰਟੀ ਦਾ ਸੀ ਔਰ ਸਿੱਖਿਆ ਤੇ ਹੈਲਥ ਦੋਵਾਂ ਦੇ ਉੱਤੇ ਫੋਕਸ ਜ਼ਰੂਰ ਕਰ ਰਹੇ ਨੇ। ਖੈਰ ਹਰਜੋਤ ਬੈਂਸ ਨੂੰ ਬਹੁਤ ਵੱਡੇ ਡਿਪਾਰਟਮੈਂਟ ਦਿੱਤੇ ਗਏ ਸੀ ਔਰ ਇਸ ਸਮੇਂ ਸਕੂਲ, ਹਾਇਰ ਐਜੂਕੇਸ਼ਨ ਤੇ ਨਾਲ ਹੀ ਟੈਕਨੀਕਲ ਐਜੂਕੇਸ਼ਨ ਦੇ ਕੇ ਸਿੱਖਿਆ ਮੰਤਰਾਲੇ ਦੇ ਉੱਤੇ ਪੂਰਾ ਡਟ ਕੇ ਕੰਮ ਕਰਨ ਦਾ ਇੱਕ ਤਰੀਕੇ ਨਾਲ ਲੱਗ ਰਿਹਾ ਕਿ ਉਹਨਾਂ ਨੂੰ ਸੁਨੇਹਾ ਦਿੱਤਾ ਗਿਆ। ਮੀਥੇਰ ਦਾ ਮੈਂ ਜ਼ਿਕਰ ਕਰਦਾ। ਮੀਥੇਰ ਦੇ ਕੋਲ ਇਸ ਸਮੇਂ ਕਿਹੜੇ ਡਿਪਾਰਟਮੈਂਟ ਨੇ? ਮੀਥੇਰ ਦੇ ਕੋਲ 2 ਡਿਪਾਰਟਮੈਂਟ ਅਜਿਹੇ ਹੁਣ ਦੇ ਦਿੱਤੇ ਗਏ ਨੇ ਜਿਹੜੇ ਪਹਿਲਾਂ ਹਰਜੋਤ ਬੈਂਸ ਦੇ ਕੋਲ ਸੀ। ਵਾਟਰ ਰਿਸੋਰਸਿਸ ਤੇ ਨਾਲ ਮਾਈਨਿੰਗ, ਇਹ ਦੋਵੇਂ ਮੀਥੇਰ ਦੇ ਕੋਲ ਆ ਗਏ ਨੇ। ਮੈਂ ਮੀਥੇਰ ਦੀ ਪ੍ਰੋਫਾਈਲ ਦਾ ਜ਼ਿਕਰ ਕਰਾਂਗਾ ਕਿ ਮੀਥੇਰ ਦੇ ਕੋਲ ਇਸ ਸਮੇਂ ਕਿਹੜੇ ਡਿਪਾਰਟਮੈਂਟ ਨੇ ਉਹ ਸਾਡੇ ਸਕਰੀਨ ਦੇ ਉੱਤੇ ਆ ਚੁੱਕੇ ਨੇ। ਤਾਂ ਕੈਬਨਿਟ ਦੀ ਨਵੀਂ ਤਸਵੀਰ ਦੇ ਵਿੱਚ ਮੀਥੇਰ ਸਟਰੋਂਗ ਹੋਏ ਨੇ ਥੋੜਾ ਜਿਹਾ। ਸਕੂਲ ਐਜੂਕੇਸ਼ਨ ਇਹਨਾਂ ਦੇ ਕੋਲ ਸੀ ਪਰ ਜਦੋਂ ਲਾਸਟ ਫੇਰ ਬਦਲ ਹੋਇਆ ਪੋਰਟਫੋਲੀਓਜ਼ ਦੇ ਵਿੱਚ ਤਾਂ ਉਸ ਸਮੇਂ ਮੀਥੇਰ ਤੋਂ ਸਕੂਲ ਐਜੂਕੇਸ਼ਨ ਲੈ ਕੇ ਹਰਜੋਤ ਬੈਂਸ ਨੂੰ ਦੇ ਦਿੱਤਾ ਗਿਆ। ਤਾਂ ਮੀਥੇਰ ਨੂੰ ਜਿਹੜੇ ਹੁਣ ਡਿਪਾਰਟਮੈਂਟ ਦਿੱਤੇ ਗਏ ਨੇ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰੀਕੇ ਨਾਲ ਕੱਦ ਤੇ ਰੁਤਬਾ ਵਾਧਾ ਹੋਇਆ ਮੀਥੇਰ ਦਾ ਨਜ਼ਰ ਆਇਆ। ਚੁਣੌਤੀ ਉਹਨਾਂ ਦੇ ਲਈ ਲਾਜ਼ਮੀ ਤੌਰ ਤੇ ਹੋਏਗੀ। ਮੀਥੇਰ ਦੇ ਕੋਲ ਕਿਹੜੇ ਡਿਪਾਰਟਮੈਂਟ ਨੇ? ਖੇਡ ਵਿਭਾਗ ਆਲਰੇਡੀ ਸੀ ਉਹਨਾਂ ਦੇ ਕੋਲ, ਸਾਇੰਸ ਟੈਕਨੋਲੋਜੀ ਆਲਰੇਡੀ ਉਹਨਾਂ ਦੇ ਕੋਲ ਸੀ, ਖੇਡ ਵਿਭਾਗ ਉਹਨਾਂ ਦੇ ਕੋਲ ਸੀ। ਮੀਥੇਰ ਦੀ ਨੁਮਾਇੰਦਗੀ ਦੇ ਵਿੱਚ ਹੀ ਖੇਡਾਂ ਵਤਨ ਪੰਜਾਬ ਦੀਆਂ ਕਰਵਾਇਆ ਗਿਆ। ਸਾਇੰਸ ਟੈਕਨੋਲੋਜੀ ਤੇ ਵਾਤਾਵਰਣ ਇਹ ਵੀ ਇਹਨਾਂ ਦੇ ਕੋਲ ਸੀ। ਗਵਰਨੈਂਸ ਸੁਧਾਰ, ਗਵਰਨੈਂਸ ਰਿਫਾਰਮਸ ਇਹ ਵੀ ਉਹਨਾਂ ਦੇ ਕੋਲ ਆਲਰੇਡੀ ਡਿਪਾਰਟਮੈਂਟ ਸੀ। ਜਲ ਸਰੋਤ ਵਾਲਾ ਵਾਟਰ ਰਿਸੋਰਸਿਸ ਜਲ ਸਰੋਤ ਮੰਤਰਾਲਾ ਮੀਥੇਰ ਨੂੰ ਦੇ ਦਿੱਤਾ ਗਿਆ। ਇਹ ਜਲ ਸਰੋਤ ਮੰਤਰਾਲਾ ਕਿਸ ਦੇ ਕੋਲ ਸੀ? ਹਰਜੋਤ ਬੈਂਸ ਦੇ ਕੋਲ। ਤੇ ਇਸ ਦੇ ਨਾਲ ਮਾਈਨਿੰਗ ਦਾ ਅਸੀਂ ਪਹਿਲਾਂ ਜ਼ਿਕਰ ਕਰਤਾ ਸੀ। ਇਹ 4 ਡਿਪਾਰਟਮੈਂਟ ਹੋਰ ਨੇ ਤਾਂ 5 ਵਿਭਾਗ ਇਸ ਸਮੇਂ ਮੀਥੇਰ ਦੇ ਕੋਲ ਨੇ। ਮੀਥੇਰ ਤੋਂ ਹਾਲਾਂਕਿ 2 ਡਿਪਾਰਟਮੈਂਟ ਵਾਪਸ ਲਏ ਗਏ ਨੇ, ਉਹ ਇੱਕ ਸੀਐਮ ਦੇ ਕੋਲ ਚਲਾ ਗਿਆ ਹੈ। ਤਾਂ ਖੇਡ ਵਿਭਾਗ, ਸਾਇੰਸ ਐਂਡ ਟੈਕਨੋਲੋਜੀ ਤੇ ਵਾਤਾਵਰਣ, ਗਵਰਨੈਂਸ ਰਿਫਾਰਮਸ ਅਤੇ ਵਾਟਰ ਰਿਸੋਰਸਿਸ ਇਹ 4 ਡਿਪਾਰਟਮੈਂਟ ਨੇ। 5ਵਾਂ ਹੈਗਾ ਮਾਈਨਿੰਗ ਔਰ ਮਾਈਨਿੰਗ ਇੱਕ ਬਹੁਤ ਵੱਡਾ ਡਿਪਾਰਟਮੈਂਟ ਹੈ। ਲਾਜ਼ਮੀ ਤੌਰ ਤੇ ਤੁਸੀਂ ਕਹਿ ਸਕਦੇ ਹੋ ਮੀਥੇਰ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਜ਼ਰੂਰ ਹੋਏਗੀ ਕਿ ਮਾਈਨਿੰਗ ਦੇ ਵਿੱਚ ਕਿਵੇਂ ਅੱਗੇ ਵਧਿਆ ਜਾਵੇ। ਔਰ ਕਾਬਿਲੇ ਗੌਰ ਇਹ ਵੀ ਹੈ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਹਰਜੋਤ ਬੈਂਸ ਨੇ ਮਾਈਨਿੰਗ ਡਿਪਾਰਟਮੈਂਟ ਦੇ ਵਿੱਚ ਮੰਤਰਾਲਾ ਸੰਭਾਲਦੇ ਹੋਏ ਰੇਤਾ ਬਜਰੀ ਦੇ ਡੰਪ ਬਣਵਾਏ, ਚਾਹੇ ਉਹ ਮੋਹਾਲੀ ਦੇ ਵਿੱਚ ਬਣਾਇਆ ਹੋਵੇ ਜਾਂ ਕਿਸੇ ਹੋਰ ਥਾਵਾਂ ਦੇ ਉੱਤੇ ਬਣਾਏ ਹੋਣ। ਤਾਂ ਉਸ ਚੀਜ਼ ਨੂੰ ਅੱਗੇ ਵਧਾਉਣਾ ਕਿ ਲੋਕਾਂ ਨੂੰ ਰੇਤਾ ਬਜਰੀ ਸਸਤਾ ਮਿਲ ਸਕੇ ਤਾਂ ਉਹ ਵੀ ਇੱਕ ਵੱਡੀ ਚੁਣੌਤੀ ਹੋਏਗੀ। ਇਹ ਰੇਤਾ ਬਜਰੀ ਦੇ ਰੇਟ ਨੂੰ ਲੈ ਕੇ, ਰੇਤੇ ਬਜਰੀ ਤੋਂ ਹੋਣ ਵਾਲੀ ਕਮਾਈ ਨੂੰ ਲੈ ਕੇ ਵਿਰੋਧੀ ਲਗਾਤਾਰ ਘੇਰਦੇ ਆ ਰਹੇ ਨੇ ਸਰਕਾਰ ਨੂੰ। ਅੱਗੇ ਵਧਦੇ ਹਾਂ। ਮੀਥੇਰ ਤੋਂ ਬਾਅਦ ਗੱਲ ਹੁਣ ਹਰਜੋਤ ਬੈਂਸ ਦੀ। ਹਰਜੋਤ ਬੈਂਸ ਦੇ ਕੋਲ ਕਈ ਵੱਡੇ ਡਿਪਾਰਟਮੈਂਟ ਸੀ ਜਿਹੜੇ ਵਾਪਸ ਲੈ ਕੇ ਉਹਨਾਂ ਨੂੰ ਇੱਕ ਤਰੀਕੇ ਨਾਲ ਮੁਕੰਮਲ ਸਿੱਖਿਆ ਮੰਤਰੀ ਬਣਾ ਦਿੱਤਾ ਗਿਆ ਹੈ। ਐਜੂਕੇਸ਼ਨ ਦੇ ਨਾਲ ਜੁੜੇ ਹੋਏ ਜਿਹੜੇ 3 ਡਿਪਾਰਟਮੈਂਟ ਨੇ ਤਿੰਨੋਂ ਇਸ ਸਮੇਂ ਮੀਥੇਰ ਦੇ ਕੋਲ ਹੋਣਗੇ। ਤਾਂ ਉਚੇਰੀ ਸਿੱਖਿਆ ਦਾ ਮੈਂ ਪਹਿਲਾਂ ਜ਼ਿਕਰ ਕਰ ਰਿਹਾ। ਹਾਇਰ ਐਜੂਕੇਸ਼ਨ ਪਹਿਲਾਂ ਸੀ ਮੀਥੇਰ ਦੇ ਕੋਲ, ਹੁਣ ਹੈ ਹਰਜੋਤ ਬੈਂਸ ਦੇ ਕੋਲ। ਕਾਬਿਲੇ ਗੌਰ ਇਹ ਵੀ ਹੈ ਕਿ ਸਕੂਲ ਐਜੂਕੇਸ਼ਨ ਪਹਿਲਾਂ ਮੀਥੇਰ ਦੇ ਕੋਲ ਹੁੰਦੀ ਸੀ, ਜਿਹੜਾ ਲਾਸਟ ਰੀਸ਼ਫਲ ਹੋਇਆ ਸੀ ਜਾਂ ਫੇਰ ਬਦਲ ਹੋਇਆ ਸੀ ਪੋਰਟਫੋਲੀਓਜ਼ ਦੇ ਵਿੱਚ, ਤਾਂ ਉਸ ਸਮੇਂ ਮੀਥੇਰ ਤੋਂ ਲੈ ਕੇ ਸਕੂਲ ਐਜੂਕੇਸ਼ਨ ਉਹ ਦੇ ਦਿੱਤੀ ਗਈ ਸੀ ਹਰਜੋਤ ਬੈਂਸ ਨੂੰ।
ਤਾਂ ਹੁਣ ਹਰਜੋਤ ਬੈਂਸ ਨੂੰ ਹਾਇਰ ਐਜੂਕੇਸ਼ਨ ਵੀ ਮੀਥੇਰ ਤੋਂ ਲੈ ਕੇ ਦੇ ਦਿੱਤੀ ਗਈ ਹੈ। ਹਰਜੋਤ ਬੈਂਸ ਦੇ ਕੋਲ ਇਸ ਸਮੇਂ 3 ਵਿਭਾਗ ਨੇ ਜਿਹੜੇ ਆਪਸ ਦੇ ਵਿੱਚ ਲਿੰਕਡ ਨਜ਼ਰ ਆਉਂਦੇ ਨੇ। ਇਹਨਾਂ ਦੇ ਵਿੱਚ ਕਿਹੜਾ ਮੈਂ ਤੁਹਾਨੂੰ ਅੱਗੇ ਦੱਸਾਂਗਾ। ਔਰ ਮੀਥੇਰ ਤੋਂ ਹਾਇਰ ਐਜੂਕੇਸ਼ਨ ਵੀ ਲੈ ਲਿਆ ਗਿਆ ਹੈ। ਔਰ 3 ਕਿਹੜੇ ਨੇ ਉਹ ਤੁਹਾਨੂੰ ਦੱਸ ਰਿਹਾ। ਮੈਂ ਪਹਿਲਾਂ ਜ਼ਿਕਰ ਕਰਾਂ ਕਿ ਹਰਜੋਤ ਬੈਂਸ ਦੇ ਕੋਲੋਂ ਕਿਹੜੇ ਡਿਪਾਰਟਮੈਂਟ ਲੈ ਲਏ ਗਏ। ਹਰਜੋਤ ਬੈਂਸ ਦੇ ਕੋਲੋਂ ਜੇਲ੍ਹ ਵਿਭਾਗ ਲੈ ਲਿਆ ਗਿਆ ਹੈ। ਜੇਲ੍ਹਾਂ ਦੇ ਵਿੱਚ ਮੋਬਾਈਲ ਮਿਲੇ, ਜੇਲ੍ਹਾਂ ਨੂੰ ਲੈ ਕੇ ਬਹੁਤ ਸਵਾਲ ਉੱਠੇ। ਹਾਲਾਂਕਿ ਬੜਾ ਐਕਸ਼ਨ ਹਰਜੋਤ ਬੈਂਸ ਦੇ ਵੱਲੋਂ ਦਿਖਾਇਆ ਜਾ ਰਿਹਾ ਸੀ ਵੱਖ-ਵੱਖ ਥਾਵਾਂ ਤੇ ਜਾ ਕੇ, ਪਰ ਜੇਲ੍ਹ ਵਿਭਾਗ ਸੀਐਮ ਦੇ ਕੋਲ ਚਲਾ ਗਿਆ ਹੈ। ਉਸ ਤੋਂ ਬਾਅਦ ਵਾਟਰ ਰਿਸੋਰਸਿਸ ਉਹਨਾਂ ਤੋਂ ਲੈ ਲਿਆ ਗਿਆ ਹੈ ਤੇ ਤੀਜਾ ਵੱਡਾ ਡਿਪਾਰਟਮੈਂਟ ਹਰਜੋਤ ਬੈਂਸ ਤੋਂ ਲਿਆ ਗਿਆ ਮਾਈਨਿੰਗ ਦਾ। ਮਾਈਨਿੰਗ ਮੰਤਰਾਲਾ ਵੀ ਉਹਨਾਂ ਨੂੰ ਸੌਂਪਿਆ ਗਿਆ ਸੀ, ਹੁਣ ਵਾਪਸ ਲੈ ਕੇ ਦੇ ਦਿੱਤਾ ਗਿਆ ਮੀਥੇਰ ਨੂੰ। ਤਾਂ ਹਰਜੋਤ ਬੈਂਸ ਦੇ ਕੋਲ ਇਸ ਸਮੇਂ ਕਿਹੜੇ ਡਿਪਾਰਟਮੈਂਟ ਨੇ। ਹਰਜੋਤ ਬੈਂਸ ਦੇ ਕੋਲ ਸਕੂਲ ਸਿੱਖਿਆ ਜੋ ਆਲਰੇਡੀ ਸੀ, ਉਹਨਾਂ ਕੋਲ ਸਕੂਲ ਸਿੱਖਿਆ ਪਹਿਲਾਂ ਤੋਂ ਹੈ, ਯਾਨੀ ਕਿ ਐਜੂਕੇਸ਼ਨ ਮਿਨਿਸਟਰ ਛੁੱਟੀਆਂ ਉਹਨਾਂ ਨੇ ਕੀਤੀਆਂ ਪਿਛਲੇ ਹਫਤੇ, ਤੇ ਹੁਣ ਵੀ ਜਿਹੜੇ 7ਵੀਂ ਤੱਕ ਬੱਚਿਆਂ ਨੂੰ ਛੁੱਟੀਆਂ ਹੋਈਆਂ। ਹਰਜੋਤ ਬੈਂਸ ਦੇ ਟਵੀਟ ਆਏ ਜਿਹੜੇ ਅਸੀਂ ਤੁਹਾਡੇ ਤੱਕ ਪਹੁੰਚਾਏ। ਤਾਂ ਸਕੂਲ ਸਿੱਖਿਆ ਹਰਜੋਤ ਬੈਂਸ ਦੇ ਕੋਲ ਰਹੇਗੀ। ਉਸ ਤੋਂ ਬਾਅਦ ਉਚੇਰੀ ਸਿੱਖਿਆ ਨਹੀਂ ਹਾਇਰ ਐਜੂਕੇਸ਼ਨ ਦੇ ਦਿੱਤੀ ਗਈ ਹੈ ਹਰਜੋਤ ਬੈਂਸ ਨੂੰ। ਹਾਇਰ ਐਜੂਕੇਸ਼ਨ ਕਿਸ ਦੇ ਕੋਲ ਸੀ? ਹਾਇਰ ਐਜੂਕੇਸ਼ਨ ਸੀ ਪਹਿਲਾਂ ਮੀਥੇਰ ਦੇ ਕੋਲ, ਜਿਹੜੀ ਹੁਣ ਦੇ ਦਿੱਤੀ ਗਈ ਹੈ ਹਰਜੋਤ ਬੈਂਸ ਨੂੰ। ਉਸ ਤੋਂ ਬਾਅਦ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟਰੀਅਲ ਟ੍ਰੇਨਿੰਗ, ਇਹ ਤੀਜਾ ਵੱਡਾ ਡਿਪਾਰਟਮੈਂਟ ਹੈ। ਟੈਕਨੀਕਲ ਐਜੂਕੇਸ਼ਨ ਕਿਸ ਦੇ ਕੋਲ ਸੀ? ਇਹ ਸੀਐਮ ਦੇ ਕੋਲ ਸੀ। ਦਰਅਸਲ ਜਿਹੜੇ ਪੋਰਟਫੋਲੀਓਜ਼ ਨਹੀਂ ਵੀ ਵੰਡੇ ਜਾਂਦੇ ਉਹ ਸੀਐਮ ਦੇ ਕੋਲ ਰਹਿ ਜਾਂਦੇ ਨੇ, ਜਾਂ ਜੇਕਰ ਕੋਈ ਮਿਨਿਸਟਰ ਛੱਡ ਜਾਵੇ ਜਾਂ ਮਿਨਿਸਟਰ ਰਿਜ਼ਾਈਨ ਕਰ ਦਿੱਤੇ ਜਾਣ ਜਾਂ ਫਿਰ ਬਰਖਾਸਤ ਕਰ ਦਿੱਤੇ ਜਾਣ, ਤਾਂ ਉਹਨਾਂ ਦੇ ਡਿਪਾਰਟਮੈਂਟ ਜਦੋਂ ਤੱਕ ਨਵੇਂ ਕਿਸੇ ਮਿਨਿਸਟਰ ਨੂੰ ਜ਼ਿੰਮੇਵਾਰੀ ਨਹੀਂ ਸੌਂਪੀ ਜਾਂਦੀ ਉਹ ਆਟੋਮੈਟਿਕਲੀ ਸੀਐਮ ਦੇ ਕੋਲ ਚਲੇ ਜਾਂਦੇ ਨੇ। ਤਾਂ ਬਹੁਤ ਸਾਰੇ ਸੀਐਮ ਦੇ ਕੋਲ ਡਿਪਾਰਟਮੈਂਟਸ ਹੁੰਦੇ ਨੇ। ਤਾਂ ਟੈਕਨੀਕਲ ਐਜੂਕੇਸ਼ਨ ਮੁੱਖ ਮੰਤਰੀ ਦੇ ਕੋਲ ਸੀ ਤੇ ਹੁਣ ਇਹ ਤਿੰਨੋਂ ਆਪਸ ਦੇ ਵਿੱਚ ਜੁੜੇ ਹੋਏ ਨੇ, ਲਿੰਕਡ ਨਜ਼ਰ ਆਉਂਦੇ ਨੇ। ਤਾਂ ਇਹ ਤਿੰਨੋਂ ਡਿਪਾਰਟਮੈਂਟ ਹੁਣ ਹਰਜੋਤ ਬੈਂਸ ਦੇ ਕੋਲ ਹੋਣਗੇ। ਸਿੱਖਿਆ ਮੰਤਰੀ, ਸਕੂਲ ਸਿੱਖਿਆ ਮੰਤਰੀ ਉਹੀ ਨੇ। ਉਸ ਤੋਂ ਬਾਅਦ ਹਾਇਰ ਐਜੂਕੇਸ਼ਨ ਉਹਨਾਂ ਦੇ ਕੋਲ ਹੈ, ਟੈਕਨੀਕਲ ਐਜੂਕੇਸ਼ਨ ਵੀ ਹਰਜੋਤ ਬੈਂਸ ਦੇ ਕੋਲ ਹੈ। ਦੋ ਵੱਡੀਆਂ ਚੀਜ਼ਾਂ ਸਮਝਣ ਦੀ ਔਰ ਦੇਖਣ ਦੀ ਜ਼ਰੂਰਤ ਹੈ ਇਸ ਪੂਰੇ ਪੋਰਟਫੋਲੀਓਜ਼ ਦੇ ਦੌਰਾਨ ਕਿ ਹੈਲਥ ਐਜੂਕੇਸ਼ਨ ਜਿਹੜਾ ਦਿੱਤਾ ਗਿਆ, ਹੈਲਥ ਦਾ ਪੂਰਾ, ਉਹ ਚਾਹੇ ਪਰਿਵਾਰ ਭਲਾਈ ਹੋਵੇ, ਦੂਜੇ ਪਾਸੇ ਮੈਡੀਕਲ ਐਜੂਕੇਸ਼ਨ ਹੋਵੇ, ਤਾਂ ਉਹਨਾਂ ਨੂੰ ਇੱਕੋ ਮੰਤਰੀ ਨੂੰ ਦਿੱਤਾ ਗਿਆ ਤਾਂ ਕਿ ਅਪਰੂਵਲਸ ਹੁੰਦੀਆਂ ਨੇ ਜਾਂ ਫਿਰ ਦੂਜਾ ਵਿਭਾਗ ਦਾ ਜ਼ਿਕਰ ਹੈ, ਉਹਨਾਂ ਦਾ ਜ਼ਿਕਰ ਹੈ, ਇਹ ਨਾ ਹੋਵੇ। ਤੇ ਕੁਝ ਉਹੀ ਹੁੰਦਾ ਹੋਇਆ ਹਰਜੋਤ ਬੈਂਸ ਦੇ ਨਾਲ ਵੀ ਨਜ਼ਰ ਆ ਰਿਹਾ ਕਿ ਐਜੂਕੇਸ਼ਨ ਤੇ ਬਹੁਤ ਜ਼ਿਆਦਾ ਫੋਕਸ ਹੈ। ਇਸ ਕਰਕੇ ਹਰਜੋਤ ਬੈਂਸ ਦੇ ਕੋਲ ਹੁਣ ਤਿੰਨੋਂ ਡਿਪਾਰਟਮੈਂਟ ਨੇ। ਟੈਕਨੀਕਲ ਐਜੂਕੇਸ਼ਨ ਦੀ ਗੱਲ ਹੋਏਗੀ, ਹਰਜੋਤ ਬੈਂਸ ਸਾਈਨ ਕਰਨਗੇ। ਹਾਇਰ ਐਜੂਕੇਸ਼ਨ ਦਾ ਜ਼ਿਕਰ ਹੋਏਗਾ, ਹਰਜੋਤ ਬੈਂਸ ਸਾਈਨ ਕਰਨਗੇ। ਸਕੂਲ ਐਜੂਕੇਸ਼ਨ ਦਾ ਜ਼ਿਕਰ ਹੋਏਗਾ, ਹਰਜੋਤ ਬੈਂਸ ਹੀ ਡਿਸੀਜਨ ਲੈਣਗੇ। ਤਾਂ ਹੁਣ ਸਿੱਖਿਆ ਮੰਤਰੀ ਨੂੰ ਲੈ ਕੇ ਬਹੁਤ ਕਲੀਅਰ ਹੈ ਕਿ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਟੌਪ ਟੂ ਬਾਟਮ ਸਾਰੇ ਜਿਹੜੇ ਕੰਮ ਨੇ ਉਹ ਇੱਕੋ ਮਿਨਿਸਟਰ ਕਰਨਗੇ। ਨਾਮ ਹੈ ਹਰਜੋਤ ਸਿੰਘ ਬੈਂਸ, ਅਨੰਦਪੁਰ ਸਾਹਿਬ ਤੋਂ ਐਮਐਲਏ ਚੁਣੇ ਗਏ ਤੇ ਮੰਤਰੀ ਇਸ ਸਮੇਂ ਹੈਗੇ ਨੇ। ਤੇ ਉਸ ਤੋਂ ਬਾਅਦ ਇੱਕ ਵੱਡਾ ਡਿਪਾਰਟਮੈਂਟ ਹਰਜੋਤ ਬੈਂਸ ਤੋਂ ਲਿਆ ਗਿਆ, ਉਹ ਹੈਗਾ ਜੇਲ੍ਹ ਮੰਤਰਾਲਾ। ਜੇ ਉੱਪਰ ਤੁਸੀਂ ਪੜ੍ਹ ਰਹੇ ਹੋ ਜੇਲ੍ਹ ਮੰਤਰੀ ਪਹਿਲਾਂ ਕੌਣ ਹਰਜੋਤ ਬੈਂਸ ਸੀ ਤੇ ਹੁਣ ਕੌਣ ਹੈ? ਮੁੱਖ ਮੰਤਰੀ ਭਗਵੰਤ ਮਾਨ। ਇੱਥੇ ਵੀ ਇੱਕ ਚੀਜ਼ ਬਹੁਤ ਅਹਿਮ ਹੈ ਜੋ ਸਮਝਣ ਤੇ ਜਾਣਨ ਦੀ ਜ਼ਰੂਰਤ ਹੈ ਕਿ ਸੂਬੇ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਵਿਰੋਧੀਆਂ ਨੇ ਸਵਾਲ ਚੁੱਕੇ ਨੇ। ਔਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਦੋ ਅਹਿਮ ਵਿਭਾਗ ਹੁੰਦੇ ਨੇ, ਇੱਕ ਹੈ ਹੋਮ ਮਿਨਿਸਟਰੀ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੈ ਤੇ ਦੂਜਾ ਜੇਲ੍ਹ ਵਿਭਾਗ ਵੀ ਕਿਹਾ ਜਾਂਦਾ ਹੈ, ਕਿਉਂਕਿ ਜੇਲ੍ਹਾਂ ਤੇ ਜਿਹੜਾ ਹੋਮ ਵਿਭਾਗ ਆ ਆਪਸ ਦੇ ਵਿੱਚ ਕਿਤੇ ਨਾ ਕਿਤੇ ਲਿੰਕ ਨਜ਼ਰ ਆਉਂਦੇ ਨੇ। ਤਾਂ ਹੁਣ ਜੇਲ੍ਹ ਤੇ ਹੋਮ ਵਿਭਾਗ ਦੋਵੇਂ ਸੀਐਮ ਦੇ ਕੋਲ ਨੇ। ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹ ਵੀ ਕੰਟਰੋਲ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਏਗੀ ਤਾਂ ਕਿ ਅਲੱਗ-ਅਲੱਗ ਵਿਭਾਗਾਂ ਦੇ ਉੱਤੇ ਨਾ ਨਜ਼ਰਾਂ ਝਾੜਿਆ ਜਾਵੇ ਕਿ ਉਹ ਫਲਾਣੇ ਵਿਭਾਗ ਦੇ ਵੱਲੋਂ ਕੰਮ ਨਹੀਂ ਕੀਤਾ ਗਿਆ ਜਾਂ ਫਲਾਣੇ ਵਿਭਾਗ ਤੋਂ ਸਾਨੂੰ ਅਪਰੂਵਲ ਚਾਹੀਦੀ ਸੀ, ਨਹੀਂ ਮਿਲੀ। ਤਾਂ ਇਸ ਕਰਕੇ ਉਹਨੂੰ ਇਕੱਠਾ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ। ਮੰਤਰੀਆਂ ਦੇ ਮਹਿਕਮੇ ਬਦਲੇ ਨੇ। ਪਹਿਲਾਂ ਸੀ ਜੇਲ੍ਹ ਮੰਤਰੀ ਹਰਜੋਤ ਬੈਂਸ, ਹੁਣ ਨੇ ਜੇਲ੍ਹ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ। ਤਾਂ ਸੀਐਮ ਦੇ ਕੋਲ ਜੇਲ੍ਹ ਮੰਤਰਾਲਾ ਦੇ ਦਿੱਤਾ ਗਿਆ। ਹੁਣ ਅੱਗੇ ਵਧਦੇ ਹਾਂ, ਅੱਗੇ ਕੁਝ ਹੋਰ ਗ੍ਰਾਫਿਕਸ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਆਖਿਰ ਕੀ ਕੁਝ ਹੋਇਆ ਹੈ। ਤਾਂ ਇਹ ਤੁਹਾਨੂੰ ਦੱਸਦੇ ਹਾਂ ਕਿ ਸੁਤੰਤਰਤਾ ਸੈਨਾਨੀਆਂ ਤੇ ਰੱਖਿਆ ਸੇਵਾਵਾਂ ਵਾਲਾ ਵਿਭਾਗ ਪਹਿਲਾਂ ਸੀ ਫੌਜਾ ਸਿੰਘ ਸਰਾਰੀ ਦੇ ਕੋਲ, ਹੁਣ ਹੈ ਚੇਤਨ ਸਿੰਘ ਜੌੜਾ ਮਾਜਰਾ ਦੇ ਕੋਲ। ਫੌਜਾ ਸਿੰਘ ਸਰਾਰੀ ਸਾਬਕਾ ਮੰਤਰੀ ਹੋ ਚੁੱਕੇ ਨੇ, ਰਿਜ਼ਾਈਨ ਕਰ ਚੁੱਕੇ ਨੇ ਔਰ ਜਿਹੜੇ ਉਹਨਾਂ ਦੇ ਕੋਲ ਡਿਪਾਰਟਮੈਂਟ ਸੀ 4 ਉਹ ਸਾਰੇ ਦੇ ਦਿੱਤੇ ਗਏ ਨੇ ਚੇਤਨ ਸਿੰਘ ਜੌੜਾ ਮਾਜਰਾ ਨੂੰ। ਚੇਤਨ ਸਿੰਘ ਜੌੜਾ ਮਾਜਰਾ ਜੋ ਪਹਿਲਾਂ ਸਿਹਤ ਮੰਤਰੀ ਸੀ ਪੰਜਾਬ ਦੇ ਤੇ ਹੁਣ ਉਹਨਾਂ ਨੂੰ ਵੱਖ-ਵੱਖ ਡਿਪਾਰਟਮੈਂਟ ਦਿੱਤੇ ਗਏ ਨੇ। ਉਹਨਾਂ ਦੇ ਵਿੱਚ ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਦਾ ਮੰਤਰਾਲਾ ਚੇਤਨ ਸਿੰਘ ਜੌੜਾ ਮਾਜਰਾ ਦੇ ਕੋਲ ਚਲਾ ਗਿਆ ਹੈ। ਮੈਂ ਬਹੁਤ ਕਲੀਅਰ ਸ਼ਬਦਾਂ 'ਚ ਦੱਸ ਰਿਹਾ, ਜਿਹੜੇ ਵੀ ਵਿਭਾਗ ਪਹਿਲਾਂ ਫੌਜਾ ਸਿੰਘ ਸਰਾਰੀ ਦੇ ਕੋਲ ਸੀ ਉਹ ਸਾਰੇ ਵਿਭਾਗ ਹੁਣ ਚੇਤਨ ਸਿੰਘ ਜੌੜਾ ਮਾਜਰਾ ਨੂੰ ਦੇ ਦਿੱਤੇ ਗਏ ਨੇ। ਯਾਨੀ ਕਿ
ਇਹ ਪੂਰਾ ਜਿਹੜਾ ਇਹਨਾਂ ਦਾ ਪੋਰਟਫੋਲੀਓ ਸੀ ਚੇਤਨ ਸਿੰਘ ਜੋੜਾ ਮਾਜਰਾ ਕੋਲੋਂ ਚਲਾ ਗਿਆ। ਉਹ ਜਿਹੜਾ ਚੇਤਨ ਸਿੰਘ ਜੋੜਾ ਮਾਜਰਾ ਦਾ ਪੂਰਾ ਪੋਰਟਫੋਲੀਓ ਸੀ ਉਹ ਡਾਕਟਰ ਬਲਬੀਰ ਸਿੰਘ ਜਿਹੜੇ ਨਵੇਂ ਬਣਾਏ ਗਏ ਨੇ ਮੰਤਰੀ ਉਹਨਾਂ ਦੇ ਕੋਲ ਚਲਾ ਗਿਆ। ਅੱਗੇ ਵਧਦੇ ਹਾਂ, ਹੁਣ ਗੱਲ ਹੋਵੇਗੀ ਅਨਮੋਲ ਗਗਨ ਮਾਨ, ਇੱਕ ਹੋਰ ਮੰਤਰੀ ਜਿਨ੍ਹਾਂ ਦੇ ਵਿਭਾਗਾਂ ਦੇ ਵਿੱਚ ਫੇਰ ਬਦਲ ਕੀਤਾ ਗਿਆ। ਅਨਮੋਲ ਗਗਨ ਮਾਨ ਦਾ ਜਿਹੜਾ ਕੱਦ ਹੈ ਵਧਾਇਆ ਗਿਆ ਹੈ ਇੱਕ ਤਰੀਕੇ ਨਾਲ, ਕਿਉਂਕਿ ਉਹਨਾਂ ਨੂੰ ਇੱਕ ਹੋਰ ਵਿਭਾਗ ਦੇ ਦਿੱਤਾ ਗਿਆ ਹੈ। ਹੁਣ ਉਹਨਾਂ ਦੇ ਕੋਲ ਕਿਹੜੇ ਡਿਪਾਰਟਮੈਂਟ ਨੇ? ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ ਉਹਨਾਂ ਦੇ ਕੋਲ ਆਲਰੇਡੀ ਸੀ, ਇਨਵੈਸਟਮੈਂਟ ਪ੍ਰਮੋਸ਼ਨ ਤੇ ਲੇਬਰ, ਇਹਨਾਂ ਦੋਵੇਂ ਡਿਪਾਰਟਮੈਂਟ ਉਹਨਾਂ ਦੇ ਕੋਲ ਸੀ। ਸ਼ਿਕਾਇਤ ਨਿਵਾਰਣ ਵਿਭਾਗ ਉਹਨਾਂ ਦੇ ਕੋਲ ਸੀ ਤੇ ਇਹ ਹੁਣ ਪੰਜਵਾਂ ਡਿਪਾਰਟਮੈਂਟ ਦਿੱਤਾ ਗਿਆ ਹੈ ਮਹਿਮਾਨ ਨਿਵਾਜ਼ੀ ਵਿਭਾਗ, ਯਾਨੀ ਕਿ ਹਸਪਿਟੈਲਿਟੀ ਪਹਿਲਾਂ ਸੀਐਮ ਦੇ ਕੋਲ ਸੀ ਤੇ ਹੁਣ ਹਸਪਿਟੈਲਿਟੀ ਜਿਹੜਾ ਵਿਭਾਗ ਹੈ ਉਹ ਗਗਨ ਅਨਮੋਲ ਮਾਨ ਨੂੰ ਦੇ ਦਿੱਤਾ ਗਿਆ ਹੈ। ਔਰ ਜਿਹੜੇ ਮੈਂ ਬਾਕੀ ਵਿਭਾਗਾਂ ਦਾ ਜ਼ਿਕਰ ਕਰ ਰਿਹਾ, ਦੂਜੀ ਲਾਈਨ ਦੇ ਵਿੱਚ ਦੋ ਵਿਭਾਗ ਲਿਖੇ ਹੋਏ ਨੇ, ਤੁਸੀਂ ਧਿਆਨ ਦਿਓ। ਸੈਰ ਸਪਾਟਾ ਤੇ ਸੱਭਿਆਚਾਰ ਮੰਤਰਾਲਾ ਇੱਕ ਵਿਭਾਗ, ਦੂਜਾ ਇਨਵੈਸਟਮੈਂਟ ਪ੍ਰਮੋਸ਼ਨ ਦੂਜਾ ਵਿਭਾਗ ਹੋ ਗਿਆ, ਤੀਜਾ ਲੇਬਰ ਡਿਪਾਰਟਮੈਂਟ ਹੈ ਉਹ ਵੀ ਉਹਨਾਂ ਦੇ ਕੋਲ ਹੋਏਗਾ, ਤਿੰਨ ਡਿਪਾਰਟਮੈਂਟ ਹੋ ਗਏ। ਔਰ ਚੌਥਾ ਮਹਿਮਾਨ ਨਵਾਜ਼ੀ ਵਿਭਾਗ ਇਹ ਹੁਣ ਦਿੱਤਾ ਗਿਆ ਹੈ, ਜਿਹੜਾ ਉਹਨਾਂ ਦਾ ਤੁਸੀਂ ਕਹਿ ਸਕਦੇ ਹੋ ਇੱਕ ਤਰੀਕੇ ਨਾਲ ਥੋੜਾ ਜਿਹਾ ਕੱਦ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ। ਔਰ ਸ਼ਿਕਾਇਤ ਨਿਵਾਰਣ ਵਿਭਾਗ ਆਲਰੇਡੀ ਗਗਨ ਅਨਮੋਲ ਮਾਨ ਦੇ ਕੋਲ ਹੀ ਸੀ। ਤਾਂ ਗਗਨ ਅਨਮੋਲ ਮਾਨ ਜਿਹੜੇ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਫੇਰ ਬਦਲ ਹੋਇਆ ਤਾਂ ਉਹਨਾਂ ਦਾ ਹੀ ਅਸੀਂ ਜ਼ਿਕਰ ਕਰ ਰਹੇ ਹਾਂ। ਖੈਰ ਫੇਰ ਬਦਲ ਹੋਇਆ, ਨਵਾਂ ਸਾਲ ਹੈ, ਪਹਿਲਾ ਹਫਤਾ ਹੈ, ਨਵਾਂ ਮੰਤਰੀ ਮਿਲ ਚੁੱਕਿਆ ਹੈ ਸੂਬੇ ਨੂੰ ਤੇ ਇਸ ਦੇ ਨਾਲ ਨਵੇਂ ਮੰਤਰੀ ਦੇ ਆਉਣ ਦੇ ਨਾਲ ਹੀ ਪੋਰਟਫੋਲੀਓ ਦੇ ਵਿੱਚ ਕੁਝ ਬਦਲਾਅ ਕਰਕੇ ਵੀ ਕੁਝ ਨਾ ਕੁਝ ਤੁਸੀਂ ਕਹਿ ਸਕਦੇ ਹੋ ਕਿ ਫੇਰ ਬਦਲ ਕੀਤੇ ਗਏ ਨੇ।